ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮਸਲੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਅੱਜ ਕੈਨੇਡਾ ਦੇ ਵਿੱਚ ਲੋਕਾਂ ਦੇ ਉੱਤੇ ਜਿਹੜਾ ਕ੍ਰੈਡਿਟ ਕਾਰਡ ਦਾ ਬੋਝ ਆ ਉਹ ਵੱਧ ਰਿਹਾ। ਇਕੋਫੈਕਸ ਇੱਕ ਕੰਪਨੀ ਆ ਜਿਹੜੀ ਸਾਰੇ ਕ੍ਰੈਡਿਟ ਕਾਰਡ ਦਾ ਹਿਸਾਬ ਕਿਤਾਬ ਰੱਖਦੀ ਆ। ਦੋ ਬੇਸਿਕਲੀ ਇਹ ਆਰਗੇਨਾਈਜੇਸ਼ਨਸ ਨੇ, ਇਕੋਫੈਕਸ ਤੇ ਟਰਾਂਸ ਯੂਨੀਅਨ। ਇਹਨਾਂ ਦੋਵਾਂ ਦੇ ਕੋਲ ਸਾਰੇ ਕ੍ਰੈਡਿਟ ਦਾ ਹਿਸਾਬ ਕਿਤਾਬ ਹੁੰਦਾ ਕਿ ਕੈਨੇਡਾ ਦੇ ਵਿੱਚ ਕਿਹੜੇ ਵਿਅਕਤੀ ਕੋਲ ਕਿੰਨੇ ਕ੍ਰੈਡਿਟ ਕਾਰਡ ਆ, ਜਾਂ ਉਹਦੇ ਕੋਲ ਓਵਰਆਲ ਕੈਨੇਡਾ ਦੇ ਵਿੱਚ ਲੋਕਾਂ ਦੀ ਕ੍ਰੈਡਿਟ ਕਾਰਡ ਦੀ ਹਾਲਤ ਕੀ ਆ। ਕ੍ਰੈਡਿਟ ਕਾਰਡ ਆਮ ਤੌਰ ਦੇ ਉੱਤੇ ਉਦੋਂ ਹੀ ਵਰਤੇ ਜਾਂਦੇ ਆ ਜਦੋਂ ਆਰਥਿਕ ਸੰਕਟ ਹੋਵੇ। ਜਿਹੜੇ ਲੋਕ ਜਦੋਂ ਲੋਕਾਂ ਦੀ ਆਰਥਿਕ ਹਾਲਤ ਠੀਕ ਹੁੰਦੀ ਆ, ਲੋਕਾਂ ਦੀ ਕਮਾਈ ਆਮਦਨ ਹੁੰਦੀ ਆ, ਕ੍ਰੈਡਿਟ ਕਾਰਡ ਤੋਂ ਪੈਸੇ ਖਰਚ ਲੈਂਦੇ ਆ, ਪਰ ਮਹੀਨੇ ਬਾਅਦ ਉਹਨੂੰ ਪੂਰੇ ਨੂੰ ਪੇ ਕਰ ਦਿੰਦੇ ਆ ਤੇ ਮੁੜ ਕੇ ਫਿਰ ਨਵੇਂ ਸਿਰੇ ਤੋਂ ਫਿਰ ਕ੍ਰੈਡਿਟ ਕਾਰਡ ਦੇ ਉੱਤੋਂ ਅਗਲੇ ਮਹੀਨੇ ਜਿਹੜਾ ਇਹ ਪ੍ਰੋਸੈਸ ਆ ਇਸੇ ਤਰ੍ਹਾਂ ਚੱਲਦਾ ਰਹਿੰਦਾ। ਜਦੋਂ ਕਦੇ ਲੋਕਾਂ ਦਾ ਆਰਥਿਕ ਸੰਕਟ ਵੱਧ ਜਾਵੇ, ਭਾਵ ਪੈਸੇ ਧੇਲੇ ਵੱਲੋਂ ਲੋਕਾਂ ਦੇ ਵਿੱਚ ਤੰਗੀ ਆ ਜਾਂਦੀ ਆ, ਤਾਂ ਕ੍ਰੈਡਿਟ ਕਾਰਡ ਨੂੰ ਪੇ ਨਹੀਂ ਕੀਤਾ ਜਾਂਦਾ, ਉਹਦੀ ਮਿਨੀਮਮ ਪੇਮੈਂਟ ਪੇ ਕਰ ਦਿੱਤੀ ਜਾਂਦੀ ਹੈ। ਮੰਨ ਲਓ ਤੁਹਾਡਾ $10,000 ਦਾ ਕ੍ਰੈਡਿਟ ਕਾਰਡ ਆ, ਉਹਦੇ ਉੱਤੇ ਤੁਸੀਂ $5,000 ਖਰਚ ਲਿਆ, ਤਾਂ ਅਗਲੇ ਮਹੀਨੇ ਤੁਸੀਂ $5,000 ਨੂੰ ਪੇ ਨਹੀਂ ਕਰਦੇ, ਸਗੋਂ ਉਹਦੀ ਮਿਨੀਮਮ ਪੇਮੈਂਟ ਜਿਹੜੀ ਕਿ $200-400 ਹੁੰਦੀ ਆ ਉਹ ਪੇ ਕਰ ਦਿੰਦੇ ਆ। ਉਹ $5,000 ਤੁਹਾਡੇ ਵਿਆਜ ਜਿਹੜਾ ਕਿ ਬਹੁਤ ਜ਼ਿਆਦਾ ਵਿਆਜ ਹੁੰਦਾ ਆ, 15% 20% ਤੱਕ ਕ੍ਰੈਡਿਟ ਕਾਰਡ ਦੇ ਉੱਤੇ ਵਿਆਜ ਹੁੰਦਾ, ਉਹ ਲੱਗ ਕੇ ਤੁਹਾਨੂੰ ਅਗਲੇ ਮਹੀਨੇ ਫਿਰ ਉਸੇ ਤਰ੍ਹਾਂ ਚੱਲਦਾ ਤੇ ਲੋਕ ਮਿਨੀਮਮ ਪੇਮੈਂਟ ਫੇਰ ਕਰ ਦਿੰਦੇ ਆ ਉਹਨਾਂ ਚਿਰ ਜਿੰਨਾ ਚਿਰ ਉਹਨਾਂ ਕੋਲ ਉਹ ਕ੍ਰੈਡਿਟ ਕਾਰਡ ਦੇ ਪੈਸੇ ਪੇ ਕਰਨ ਲਈ ਕਿਤੇ ਉਹ ਆਮਦਨ ਨਹੀਂ ਆਉਂਦੀ। ਭਾਵੇਂ ਕਿਸੇ ਵੀ ਬੈਂਕ, ਕਿਸੇ ਵੀ ਸਟੋਰ, ਕਿਸੇ ਵੀ ਫਰਮ ਦਾ ਕ੍ਰੈਡਿਟ ਕਾਰਡ ਤੁਹਾਡੇ ਕੋਲੇ ਹੋਵੇ, ਇਹਦਾ ਹਿਸਾਬ ਕਿਤਾਬ ਦੋ ਕੰਪਨੀਆਂ ਰੱਖਦੀਆਂ ਆ, ਇਕੋਫੈਕਸ ਤੇ ਟਰਾਂਸ ਯੂਨੀਅਨ। ਇਕੋਫੈਕਸ ਕੈਨੇਡਾ ਦੀ ਇੱਕ ਰਿਪੋਰਟ ਆਈ ਆ, ਹੁਣ ਕੱਲ ਇਹਨਾਂ ਨੇ ਰਿਪੋਰਟ ਦਿੱਤੀ ਆ। ਉਹ ਰਿਪੋਰਟ ਦੇ ਵਿੱਚ ਇਹ ਦੱਸਿਆ ਕਿ ਲੋਕਾਂ ਦਾ ਜਿਹੜਾ ਕ੍ਰੈਡਿਟ ਕਾਰਡ ਦਾ ਬੈਲੈਂਸ ਆ ਉਹ ਸਭ ਤੋਂ ਜ਼ਿਆਦਾ ਇਸ ਵੇਲੇ ਆ 107.4 ਬਿਲੀਅਨ। 2023 ਦੇ ਸੈਕੰਡ ਕੁਆਰਟਰ ਦੇ ਵਿੱਚ $107.4 ਬਿਲੀਅਨ ਇਸ ਵੇਲੇ ਲੋਕਾਂ ਦੇ ਸਿਰ ਆ, ਜਿਹਦਾ ਮਤਲਬ ਸਿੱਧਾ ਆ ਕਿ ਲੋਕ ਇਸ ਵੇਲੇ ਆਰਥਿਕ ਸੰਕਟ ਦੇ ਵਿੱਚ ਆ, ਲੋਕਾਂ ਕੋਲੇ ਖਰਚਣ ਲਈ ਪੈਸੇ ਹੈ ਨਹੀਂ। ਜੇ ਲੋਕਾਂ ਕੋਲੇ ਖਰਚਣ ਲਈ ਪੈਸੇ ਹੈ ਨਹੀਂ ਤਾਂ ਹੀ ਕ੍ਰੈਡਿਟ ਕਾਰਡ ਤੋਂ ਖਰਚ ਰਹੇ ਆ। ਕ੍ਰੈਡਿਟ ਕਾਰਡ ਤੋਂ ਤਾਂ ਵੈਸੇ ਵੀ ਖਰਚਦੇ ਆ, ਪਰ ਕ੍ਰੈਡਿਟ ਕਾਰਡ ਪੇ ਨਹੀਂ ਕਰ ਰਹੇ ਲੋਕ। ਕਿਸੇ ਬੈਂਕ ਦਾ ਇੱਕ ਦਾ ਹਿਸਾਬ ਕਿਸੇ ਕੋਲ ਹੁੰਦਾ, ਕਿਸੇ ਦਾ ਦੂਜੇ ਕੋਲ ਹੁੰਦਾ, ਪਰ ਇਹ ਜਿਹੜੀ ਇਕੋਫੈਕਸ ਨੇ ਹੁਣ ਰਿਪੋਰਟ ਦਿੱਤੀ ਆ, ਇਹਨਾਂ ਦੀ ਰਿਪੋਰਟ ਤੋਂ ਅਸਲ ਦੇ ਵਿੱਚ ਜਿਹੜੀ ਲੋਕਾਂ ਦੀ ਆਰਥਿਕ ਹਾਲਤ ਆ ਉਹਦੇ ਬਾਰੇ ਅੰਦਾਜ਼ਾ ਹੋ ਜਾਂਦਾ, ਪਤਾ ਲੱਗ ਜਾਂਦਾ ਵੀ ਲੋਕ ਜਿਹੜੇ ਆ ਕੈਨੇਡਾ ਦੇ ਪੈਸੇ ਧੇਲੇ ਵੱਲੋਂ ਸੌਖੇ ਆ ਕਿ ਔਖੇ ਆ। ਅਮਰੀਕਾ ਦੇ ਵਿੱਚ ਵੀ ਇਸੇ ਤਰ੍ਹਾਂ ਹੁੰਦਾ। ਇਹ ਰਿਪੋਰਟ ਦੱਸਦੀ ਆ ਕਿ ਲੋਕ ਪੈਸੇ ਧੇਲੇ ਵੱਲੋਂ ਤੰਗ ਨੇ, ਲੋਕਾਂ ਕੋਲ ਖਰਚਣ ਲਈ ਪੈਸੇ ਹੈ ਨਹੀਂ, ਲੋਕ ਇਸ ਵੇਲੇ ਆਰਥਿਕ ਸੰਕਟ ਦੇ ਵਿੱਚੋਂ ਲੰਘ ਰਹੇ ਆ। ਇਹ ਫਾਈਨੈਂਸ਼ੀਅਲ ਸਟ੍ਰੈਸ ਆ ਤੇ ਇਹ ਮਹਿੰਗਾਈ, ਦੂਜੇ ਪਾਸੇ ਵੱਧਦੀਆਂ ਵਿਆਜ ਦਰਾਂ, ਇਹਨਾਂ ਦੋਵਾਂ ਦੇ ਵਿੱਚ ਲੋਕ ਪਿਸੇ ਪਏ ਆ। ਲੋਕਾਂ ਦੀ ਹਾਲਤ ਇਸ ਵੇਲੇ ਬਹੁਤ ਹੀ ਚੰਗੀ ਨਹੀਂ ਆ ਕੈਨੇਡਾ ਦੇ ਵਿੱਚ। ਲੰਬੇ ਸਮੇਂ ਤੋਂ ਇਹ ਵੀ ਡਿਸਕਸ਼ਨ ਚੱਲਦੀ ਹੈ ਜਾਂ ਇਹ ਵੀ ਵਿਚਾਰ ਚੱਲਦੇ ਰਹਿੰਦੇ ਆ ਕਿ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ ਜਾਂ ਲੋਕਾਂ ਦੀ ਆਰਥਿਕ ਹਾਲਤ ਜਿਹੜੀ ਆ ਉਹ ਠੀਕ ਨਹੀਂ ਆ। ਇਹ ਗੱਲ ਸੱਚ ਆ, ਇਸ ਵੇਲੇ ਲੋਕਾਂ ਦੀ ਆਰਥਿਕ ਹਾਲਤ ਠੀਕ ਨਹੀਂ ਆ। ਜਿਸ ਵੇਲੇ ਹੁਣ ਪੈਂਡੈਮਿਕ ਆ ਗਈ ਸੀ, ਇੰਟਰਸਟ ਰੇਟ ਬਹੁਤ ਘਟ ਗਏ ਸੀ, ਉਸ ਵੇਲੇ ਲੋਕ ਕ੍ਰੈਡਿਟ ਕਾਰਡ ਤੋਂ ਪੈਸਾ ਹੀ ਨਹੀਂ ਸੀ ਖਰਚ ਰਹੇ। ਲੋਕਾਂ ਕੋਲੇ ਪੈਸਾ, ਕਿਉਂਕਿ ਖਰਚਣ ਲਈ ਥਾਂ ਹੈ ਨਹੀਂ ਸੀ, ਕਿਤੇ ਕੋਈ ਜਾ ਨਹੀਂ ਸੀ ਸਕਦੇ। ਜਿਹੜੀ ਬੈਂਕ ਆਫ ਕੈਨੇਡਾ ਆ, ਇਹਨੇ ਵਿਆਜ ਦਰਾਂ ਘਟਾ ਦਿੱਤੀਆਂ ਸੀ, ਵਿਆਜ ਇੰਨੇ ਕੁ ਸਸਤੇ ਕਰ ਦਿੱਤੇ ਸੀ, ਇੰਨੇ ਕੁ ਕਰਜ਼ੇ ਦੇਣੇ ਸ਼ੁਰੂ ਕਰ ਦਿੱਤੇ ਸੀ ਕਿ ਲੋਕ ਪੈਸਾ ਖਰਚਣ। ਲੋਕਾਂ ਨੇ ਪੈਸਾ ਖਰਚਿਆ। ਇਹਦਾ ਮਤਲਬ ਇਹ ਸੀ ਕਿ ਉਸ ਵੇਲੇ ਲੋਕਾਂ ਦੀ ਆਰਥਿਕ ਹਾਲਤ ਚੰਗੀ ਸੀ, ਲੋਕਾਂ ਕੋਲ ਪੈਸਾ ਧੇਲਾ ਸੀ। ਹੁਣ ਜਦੋਂ ਕਰੋਨਾ ਸੀ, ਜਦੋਂ ਕੋਵਿਡ ਸੀ, ਉਸ ਵੇਲੇ ਲੋਕ ਆਰਥਿਕ ਰੂਪ ਦੇ ਵਿੱਚ ਕੈਨੇਡਾ ਦੇ ਸੌਖੇ ਸੀ। ਇਸ ਵੇਲੇ ਹੁਣ ਪੈਂਡੈਮਿਕ ਤੋਂ ਬਾਅਦ ਜਦੋਂ ਕੀਮਤਾਂ ਵੱਧ ਰਹੀਆਂ ਆ, ਜਦੋਂ ਵਿਆਜ ਦਰਾਂ ਵੱਧ ਰਹੀਆਂ ਆ, ਜਦੋਂ ਸਾਰੇ ਖਰਚੇ ਵਧੇ ਆ, ਉਸ ਵੇਲੇ ਲੋਕਾਂ ਦੀ ਆਰਥਿਕ ਹਾਲਤ ਚੰਗੀ ਨਹੀਂ ਆ। ਤੇ ਇਹ ਟੋਟਲ ਜਿਹੜੇ ਕੈਨੇਡੀਅਨ ਕੰਜ਼ਿਊਮਰ ਡੈਟ ਆ ਉਹ $2.4 ਟ੍ਰਿਲੀਅਨ ਸੈਕੰਡ ਕੁਆਰਟਰ ਦੇ ਵਿੱਚ ਰਿਕਾਰਡ ਕੀਤਾ ਗਿਆ। $2.4 ਟ੍ਰਿਲੀਅਨ ਜਿਹੜਾ ਕਿ ਬਹੁਤ ਜ਼ਿਆਦਾ ਆ। ਜਿਹੜੇ ਕੁਝ ਮਾਹਰ ਨੇ, ਆਰਥਿਕ ਮਾਹਰ ਨੇ, ਉਹ ਇਹ ਜਿਹੜਾ ਇਹਦੇ ਬਾਰੇ ਦੱਸ ਰਹੇ ਆ ਕਿ ਜਿਹੜਾ ਨਾਨ ਮੌਰਗੇਜ ਡੈਟ ਗਰੋਥ ਆ ਉਹ ਸਭ ਤੋਂ ਵੱਡੀ ਇਸ ਕਰਕੇ ਆ ਕਿਉਂਕਿ ਕ੍ਰੈਡਿਟ ਕਾਰਡ ਦਾ ਬੈਲੈਂਸ ਲੋਕਾਂ ਦਾ ਉਸੇ ਤਰ੍ਹਾਂ ਪਿਆ ਤੇ ਲੋਕ ਉਹਨੂੰ ਵਾਪਸ ਨਹੀਂ ਕਰ ਰਹੇ। ਤੇ ਇਸ ਚੀਜ਼ ਨੇ ਜ਼ਿਆਦਾ ਜਿਹੜਾ ਲੋਕਾਂ ਦਾ ਹਾਲਤ ਆ ਉਹ ਮਾੜੀ ਕੀਤੀ ਆ। ਜਿਹੜਾ ਇੱਕ ਤਾਂ ਮੌਰਗੇਜ ਆ ਸਾਰਿਆਂ ਦੇ ਸਿਰ ਤੇ, ਉਹ ਕਰਜ਼ਾ ਹੁੰਦਾ, ਲੋਨ ਹੁੰਦਾ, ਜਿਹੜੀਆਂ ਮਹੀਨੇ ਦੀਆਂ ਪੇਮੈਂਟਾਂ ਦਿੰਦੇ ਆ, ਉਹ ਮੌਰਗੇਜ ਤੋਂ ਬਿਨਾਂ ਇਹ ਹਿਸਾਬ ਕਿਤਾਬ ਆ। ਜਿਹੜਾ ਨਾਨ ਮੌਰਗੇਜ ਡੈਟ ਆ ਉਹਦੇ ਵਿੱਚ ਸਭ ਤੋਂ ਵੱਡਾ ਕ੍ਰੈਡਿਟ ਕਾਰਡ ਹੁੰਦਾ। ਵੈਸੇ ਲੋਕਾਂ ਕੋਲੇ ਕਈ ਤਰ੍ਹਾਂ ਦੇ
ਕਰਜ਼ੇ ਲੋਕਾਂ ਦੇ ਸਿਰ ਹੁੰਦੇ ਆ, ਪਰ ਸਭ ਤੋਂ ਵੱਡਾ ਉਹਦੇ ਵਿੱਚ ਜਿਹੜਾ ਫੈਕਟਰ ਹੁੰਦਾ ਉਹ ਕ੍ਰੈਡਿਟ ਕਾਰਡ ਦਾ ਹੁੰਦਾ, ਤੇ ਇਹ ਕ੍ਰੈਡਿਟ ਕਾਰਡ ਲੋਕਾਂ ਕੋਲੋਂ ਹੁਣ ਦਿੱਤਾ ਨਹੀਂ ਜਾ ਰਿਹਾ। ਇੰਟਰਸਟ ਰੇਟ ਵਧੇ ਆ ਪਿਛਲੇ ਰੀਸੈਂਟ ਮਹੀਨਿਆਂ ਦੇ ਵਿੱਚ, ਲਗਾਤਾਰ ਵਧੇ ਆ, ਤੇ ਇਹਦੇ ਵਿੱਚੋਂ ਸਵਾਲ ਹੁਣ ਇਹ ਵੀ ਪੈਦਾ ਹੋ ਰਿਹਾ ਬਾਰ-ਬਾਰ ਕਿ ਕੀ ਕੈਨੇਡਾ ਰਿਸੈਸ਼ਨ ਦੇ ਵਿੱਚ ਜਾਊਗਾ। ਰਿਸੈਸ਼ਨ ਕਿਹਨੂੰ ਕਹਿੰਦੇ ਆ? ਰਿਸੈਸ਼ਨ ਅਸਲ ਦੇ ਵਿੱਚ ਜਿਹੜਾ ਆਰਥਿਕਤਾ ਦੇ ਵਿੱਚ ਜਾਂ ਜਿਹੜੀ ਇਕੋਨਮੀ ਦੇ ਵਿੱਚ, ਜਦੋਂ ਇਕੋਨਮੀ ਲਗਾਤਾਰ 2 ਕੰਸੈਕਟਿਵ ਕੁਆਰਟਰਸ ਦੇ ਵਿੱਚ ਨੈਗੇਟਿਵ ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ GDP ਦੇ ਵਿੱਚ ਚਲੇ ਜਾਵੇ, ਪਰ ਪਹਿਲੇ 3 ਮਹੀਨੇ, ਆ ਜਿਹੜੀ ਹੁਣ ਰਿਪੋਰਟ ਆਈ ਹੈ ਪਿਛਲੇ 3 ਮਹੀਨੇ ਦੀ ਹੈ, ਸੈਕੰਡ ਕੁਆਰਟਰ ਦੀ ਆ, ਤੇ ਜੇ ਲਗਾਤਾਰ 2 ਕੁਆਰਟਰ ਦੇ ਵਿੱਚ, ਮਤਲਬ 3 ਮਹੀਨੇ ਪਹਿਲਾਂ ਫਿਰ 3 ਮਹੀਨੇ ਬਾਅਦ ਜਿਹੜੀ ਨੈਗੇਟਿਵ ਗਰੋਥ ਹੋ ਜਾਵੇ ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਆ, ਫਿਰ ਕਹਿ ਦਿੰਦੇ ਆ ਕਿ ਰਿਸੈਸ਼ਨ ਆ ਗਿਆ। ਤੇ ਇਸ ਵੇਲੇ ਫਿਰ ਇੰਪਲੋਇਮੈਂਟ ਵੀ ਘਟਦੀ ਆ, ਜਿਹੜੀ ਸਪੈਂਡਿੰਗ ਆ ਉਹ ਵੀ ਥੱਲੇ ਚਲੇ ਜਾਂਦੀ ਆ, ਤੇ ਪ੍ਰੈਸ਼ਰ ਹੁੰਦਾ ਫਿਰ ਸਮਾਲ ਬਿਜ਼ਨਸ ਦੇ ਉੱਤੇ। ਸਮਾਲ ਬਿਜ਼ਨਸ ਦੇ ਉੱਤੇ ਜਦੋਂ ਪ੍ਰੈਸ਼ਰ ਪੈਂਦਾ ਤੇ ਉਹ ਸਿੱਧੀ ਗੱਲ ਆ, ਫਿਰ ਲੋਕਾਂ ਦੀਆਂ ਨੌਕਰੀਆਂ ਜਾਂਦੀਆਂ, ਲੋਕਾਂ ਕੋਲੇ ਖਰਚਾ ਨਹੀਂ ਹੁੰਦਾ, ਜਿਹਨੂੰ ਰਿਸੈਸ਼ਨ ਕਹਿ ਦਿੱਤਾ ਜਾਂਦਾ। ਕਈ ਵਾਰੀ ਰਿਸੈਸ਼ਨ ਬਹੁਤ ਥੋੜਾ ਹੁੰਦਾ ਜਿਹੜਾ ਸਮਝ ਨਹੀਂ ਹੁੰਦਾ, ਕਈ ਵਾਰੀ ਇਹ ਜ਼ਿਆਦਾ ਹੁੰਦਾ। ਹੁਣ ਸਵਾਲ ਬਹੁਤ ਵੱਡਾ ਇਹ ਆ ਕਿ ਜਦੋਂ ਇਕੋਫੈਕਸ ਇਹ ਕਹਿ ਰਹੀ ਆ ਲੋਕਾਂ ਕੋਲੇ ਪੈਸਾ ਹੈ ਨਹੀਂ, ਕਿਉਂਕਿ ਲੋਕ ਕ੍ਰੈਡਿਟ ਕਾਰਡ ਦਾ ਪੈਸਾ ਨਹੀਂ ਮੋੜ ਰਹੇ, ਇਹਦਾ ਮਤਲਬ ਇਹ ਆ ਕਿ ਅਸੀਂ ਰਿਸੈਸ਼ਨ ਦੇ ਵੱਲੋਂ ਜਾ ਰਹੇ ਹਾਂ। ਕੈਨੇਡਾ ਦੇ ਵਿੱਚ ਜਿਹੜਾ ਅਫੀਸ਼ੀਅਲ ਰਿਸੈਸ਼ਨ ਕੈਨੇਡਾ ਦੇ ਵਿੱਚ ਜਿਹੜਾ COVID-19 ਦੇ ਦੌਰਾਨ ਸੀਗਾ, ਫਰਵਰੀ ਤੇ ਅਪ੍ਰੈਲ 2020 ਦੇ ਦੌਰਾਨ ਦੱਸਿਆ ਗਿਆ ਸੀ, ਜਿਹੜੀ CD ਹੋ ਇੰਸਟੀਚਿਊਟ ਆ ਉਹਦੇ ਅਨੁਸਾਰ। ਉਹਦੇ ਤੋਂ ਬਾਅਦ ਇਕੋਨਮੀ ਲਗਾਤਾਰ ਸਟਰੋਂਗ ਰਹੀ ਆ, ਪਰ ਫਿਰ ਵੀ ਸਵਾਲ ਇਹ ਪੈਦਾ ਹੁੰਦਾ ਕਿ ਕੀ ਇੱਕ ਹੋਰ ਸੈਸ਼ਨ ਦੇ ਵਿੱਚ ਐਂਟਰ ਹੋ ਰਹੇ ਆ। ਜਦੋਂ 4th ਕੁਆਰਟਰ ਜਿਹੜਾ 2023 ਦਾ ਆ, ਕੁਝ ਐਕਸਪਰਟ ਇਹ ਕਹਿੰਦੇ ਆ ਕਿ ਉਸ ਵੇਲੇ ਇਸ ਤਰ੍ਹਾਂ ਦਾ ਇੱਕ ਟੈਂਪਰੇਰੀ ਇਲੂਜਨ ਜਿਹਾ ਹੋ ਸਕਦਾ ਆ, ਪਰ ਜਿਹੜੇ ਆਰਥਿਕ ਮਾਹਰ ਨੇ ਇਸ ਗੱਲ ਦੇ ਬਾਰੇ ਦੋ ਚਿੱਤੀ 'ਚ ਨੇ, ਇਸ ਗੱਲ ਦੇ ਬਾਰੇ ਨਹੀਂ ਕਲੀਅਰ ਕਿ ਅਸੀਂ ਇਹਨੂੰ ਰਿਸੈਸ਼ਨ ਕਹਿ ਸਕਦੇ ਹਾਂ, ਆਲਰੇਡੀ ਰਿਸੈਸ਼ਨ ਦੇ ਵਿੱਚ ਆ ਜਾਂ ਨਹੀਂ। ਪਰ ਇੱਕ ਗੱਲ ਬਹੁਤ ਸਾਫ਼ ਆ ਕਿ ਲੋਕ ਇਸ ਵੇਲੇ ਆਰਥਿਕ ਸੰਕਟ ਦੇ ਵਿੱਚ ਆ। ਮਾਹਰਾਂ ਨੇ ਕੁਝ ਨੁਕਤੇ ਦੱਸੇ ਆ ਕਿ ਹੁਣ ਆਰਥਿਕ ਸੰਕਟ ਹੈਗਾ ਆ। ਹੋ ਸਕਦਾ ਇੱਕ ਬੰਦਾ ਦੂਜੇ ਨੂੰ ਨਹੀਂ ਦੱਸਦਾ ਕਿ ਮੇਰੀ ਆਰਥਿਕਤਾ ਕਿੱਦਾਂ ਦੀ ਹੈ, ਪਰ ਓਵਰਆਲ ਤੇ ਸਾਰੇ ਕ੍ਰੈਡਿਟ ਕਾਰਡਾਂ ਦਾ ਹਿਸਾਬ ਕਿਤਾਬ ਤੇ ਇੱਕ ਕੰਪਨੀ ਕੋਲ ਹੀ ਜਾਂਦਾ ਨਾ, ਜਾਂ 2 ਦੇ ਕੋਲ। ਜਦੋਂ ਉਹ ਕਹਿ ਰਹੀਆਂ ਕਿ ਲੋਕਾਂ ਦੀ ਬੱਸ ਹੋਈ ਹੈ ਇਸ ਵੇਲੇ, ਤੇ ਇਹਦਾ ਮਤਲਬ ਉਹਨਾਂ ਨੇ ਕੁਝ ਨੁਕਤੇ ਦੱਸੇ ਆ ਜਿਹੜੇ ਆਰਥਿਕ ਮਾਹਰ ਨੇ। ਉਹ ਕਹਿੰਦੇ ਪਹਿਲਾਂ ਤਾਂ ਆਪਣੀ ਐਮਰਜੈਂਸੀ ਸੇਵਿੰਗ ਫੰਡ ਤਿਆਰ ਰੱਖੋ, ਥੋੜਾ ਬਹੁਤਾ ਕਿਤੇ ਨਾ ਕਿਸੇ ਪਾਸਿਓਂ ਕੱਢ ਕੇ ਐਮਰਜੈਂਸੀ ਸੇਵਿੰਗ ਫੰਡ ਤੁਹਾਡੇ ਹੋਣੇ ਚਾਹੀਦੇ ਆ। ਤੁਹਾਡਾ ਮੰਨ ਲਓ ਕਿਤੇ ਕਾਰ ਖਰਾਬ ਹੋ ਗਈ, ਤੁਹਾਡੀ ਕੋਈ ਮੰਨ ਲਓ ਲੇ ਆਫ ਹੋ ਗਈ, ਨੌਕਰੀ ਚਲੇ ਗਈ, ਤੁਹਾਡੀ ਕੋਈ ਬਿਮਾਰੀ ਹੋ ਗਈ, ਕੋਈ ਇੰਜਰੀ ਹੋ ਗਈ, ਕੋਈ ਤੁਹਾਡੇ ਘਰ ਦੀ ਰਿਪੇਅਰ ਆ ਗਈ, ਇਹਦੇ ਲਈ ਕਿਤੇ ਨਾ ਕਿਤੇ ਐਮਰਜੈਂਸੀ ਫੰਡ ਤੁਹਾਡੇ ਹੋਣੇ ਚਾਹੀਦੇ ਆ। ਦੂਜੀ ਗੱਲ ਉਹਨਾਂ ਨੇ ਦੱਸੀ ਆ, ਥੋੜਾ ਜਿਹਾ ਜੌਬ ਸਟੇਬਿਲਿਟੀ ਦੇ ਉੱਤੇ ਧਿਆਨ ਦਿਓ ਕਿ ਜਿਹੜੀ ਕਿਤੇ ਨਾ ਕਿਤੇ ਜਿਹੜੀ ਜੌਬ ਹੈਗੀ ਆ ਉਧਰਲੇ ਪਾਸੇ ਉਹਦੀ ਸਟੇਬਲ ਹੋਣੀ ਚਾਹੀਦੀ ਆ, ਕਿ ਐਵੇਂ ਜਲਦੀ ਕਿਤੇ ਥੋੜੇ ਬਹੁਤੇ ਚੰਗੇ ਦੇ ਲਈ ਆਪਣੀ ਜਿਹੜੀ ਸਟੇਬਲ ਜੌਬ ਆ ਉਹਨੂੰ ਛੱਡ ਕੇ ਨਾ ਜਾਓ। ਜਿਹੜੀ ਇਦਾਂ ਦੀ ਜੌਬ ਹੋਵੇ ਜਿਹੜੀ ਰਿਸੈਸ਼ਨ ਪ੍ਰੂਫ ਜੌਬ ਹੋਵੇ, ਮਤਲਬ ਜਿਹਦੇ ਵਿੱਚ ਜੌਬ ਸਿਕਿਉਰਿਟੀ ਥੋੜੀ ਜਿਹੀ ਜ਼ਿਆਦਾ ਹੋਵੇ, ਐਜੂਕੇਸ਼ਨ, ਕੋਈ ਗਵਰਨਮੈਂਟ ਦੀ ਜੌਬ ਆ, ਕੋਈ ਹੈਲਥ ਕੇਅਰ ਆ, ਕੋਈ ਯੂਟਿਲਿਟੀ ਸਰਵਿਸਿਜ਼ ਆ, ਕੋਈ ਟੈਕਸ ਅਕਾਊਂਟਿੰਗ ਸਰਵਿਸ ਆ। ਇਹ ਨੌਕਰੀਆਂ ਪੱਕੀਆਂ ਹੁੰਦੀਆਂ, ਇਹਨਾਂ ਦੇ ਵਿੱਚ ਬਹੁਤ ਘੱਟ ਜਿਹੜੀ ਲੇ ਆਫ ਆ ਉਹ ਹੁੰਦੀ ਆ। ਇੱਧਰਲੇ ਪਾਸੇ ਦੇਖਿਆ ਜਾਵੇ, ਕੁਝ ਕਹਿੰਦੇ ਜਿਹੜੇ ਤੁਹਾਡੇ ਅਨਨੈਸੈਸਰੀ ਪਰਚੇਜ਼ਸ ਨੇ ਉਹਨਾਂ ਨੂੰ ਇਸ ਵੇਲੇ ਹੋਲਡ ਕਰ ਲਓ। ਉਹ ਖਰਚੇ ਜਿਨ੍ਹਾਂ ਦੇ ਕੀਤੇ ਬਿਨਾਂ ਤੁਹਾਡਾ ਸਰ ਸਕਦਾ ਉਹਨਾਂ ਨੂੰ ਨਾ ਕਰੋ, ਕਿਉਂਕਿ ਸਮਰ ਲੰਘ ਕੇ ਗਈ ਹੈ। ਇਸ ਵੇਲੇ ਥੋੜਾ ਜਿਹਾ ਤੁਹਾਨੂੰ ਇਹਦੇ ਵਿੱਚ ਜਿਹੜਾ ਜਿੱਥੇ ਕਿਤੇ ਰੋਕਿਆ ਜਾ ਸਕਦਾ, ਜਿੱਥੇ ਕਿਤੇ ਜਿਹੜਾ ਖਰਚਾ ਤੁਸੀਂ ਨਹੀਂ ਕਰ ਸਕਦੇ, ਨਹੀਂ ਕਰਨ ਤੋਂ ਬਿਨਾਂ ਸਰ ਸਕਦਾ, ਉਹਨੂੰ ਰੋਕ ਲਓ। ਦੂਜਾ ਇਹ ਕਹਿੰਦੇ ਆ ਕਿ ਰੀਫਾਈਨੈਂਸ ਕਰ ਲਓ ਜਾਂ ਹਾਈ ਇੰਟਰਸਟ ਡੈਟ ਜਿਹੜਾ ਉਹਨੂੰ ਪੇ ਕਰ ਦਿਓ। ਜਿੰਨੇ ਸਾਡੇ ਕੋਲ ਕ੍ਰੈਡਿਟ ਕਾਰਡ ਹੁੰਦੇ ਉਹਨਾਂ ਦੇ ਵੱਖ-ਵੱਖ ਇੰਟਰਸਟ ਰੇਟ ਹੁੰਦੇ ਆ। ਕਈ ਸੈਕੰਡ ਮੌਰਗੇਜ, ਕਈ ਕਿਸਮ ਦੇ ਬੰਦੇ ਦੇ ਕੋਲ ਜਿਹੜੇ ਕਰਜ਼ੇ ਹੁੰਦੇ ਆ, ਕਿਹਾ ਇਹ ਗਿਆ ਕਿ ਉਹਨੂੰ ਰੀਫਾਈਨੈਂਸ ਕਰਨ ਦੀ ਕੋਸ਼ਿਸ਼ ਕਰੋ, ਤੇ ਜਿਹੜਾ ਸਭ ਤੋਂ ਵੱਧ ਵਿਆਜ ਵਾਲਾ ਕਰਜ਼ਾ ਤੁਹਾਡੇ ਸਿਰ ਤੇ ਆ ਉਹਨੂੰ ਪਹਿਲਾਂ ਮੋੜਨ ਦੀ ਕੋਸ਼ਿਸ਼ ਕਰੋ ਜਿੰਨੀ ਜਲਦੀ ਹੋ ਸਕਦਾ। ਜੇ ਉਹ ਮੋੜ ਦਿਓਗੇ ਤਾਂ ਤੁਹਾਡੀ ਕਾਫੀ ਬਚਤ ਉਹਦੇ ਨਾਲ ਹੋ ਜੂਗੀ। ਰੀਫਾਈਨੈਂਸ ਦੇ ਨਾਲ ਵੀ ਕਈ ਵਾਰੀ ਜਿਹੜਾ ਹਾਈ ਇੰਟਰਸਟ ਡੈਟ ਆ ਕ੍ਰੈਡਿਟ ਕਾਰਡ ਦਾ, ਉਹਦੀਆਂ ਪੇਮੈਂਟ ਪਲਾਨਸ ਹੋ ਸਕਦੀਆਂ, ਸ਼ਾਰਟ ਟਰਮ ਲੋਨ ਹੋ ਸਕਦੇ ਆ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਪੇ ਆਫ ਕਰਨ ਦੀ ਕੋਸ਼ਿਸ਼ ਕਰੋਗੇ, ਉਹਦੇ ਨਾਲ ਵੀ ਆਰਥਿਕ ਸੰਕਟ ਕਿਤੇ ਨਾ ਕਿਤੇ ਘਟ ਸਕਦਾ ਆ। ਤੇ ਦੂਜਾ ਉਹ ਦੱਸ ਰਹੇ ਆ ਕਿ ਕਿਤੇ ਨਾ ਕਿਤੇ ਜਿਹੜੀ ਥੋੜਾ ਬਹੁਤਾ ਤੁਹਾਨੂੰ ਇਨਵੈਸਟ, ਜਿੱਥੇ ਕਿਤੇ ਥੋੜੇ ਬਹੁਤੇ ਪੈਸੇ ਤੁਹਾਡੇ ਕੋਲ ਹੈਗੇ ਆ ਉਹਨੂੰ ਕਰ ਦੇਣਾ ਚਾਹੀਦਾ। ਇਹਦੇ ਨਾਲ ਵੀ ਕਾਫੀ ਜਿਹੜੀ ਮਦਦ ਆ ਤੁਹਾਡੀ ਇਸ ਮਾਮਲੇ ਦੇ ਵਿੱਚ ਹੋ ਸਕਦੀ ਆ, ਕਿਉਂਕਿ ਇਸ ਵੇਲੇ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਆਉਣ ਵਾਲੇ ਵੱਡੇ ਆਰਥਿਕ ਸੰਕਟ ਦੇ ਲਈ। ਕੋਈ ਕਹਿ ਨਹੀਂ ਰਹੇ ਕਿ ਰਿਸੈਸ਼ਨ ਆਉਣਾ ਆ, ਪਰ ਇਕੋਫੈਕਸ ਕੈਨੇਡਾ ਦੀ ਰਿਪੋਰਟ ਕਿਤੇ ਨਾ ਕਿਤੇ ਦੱਸਦੀ ਆ ਕਿ ਤੁਹਾਨੂੰ ਆਪਣੇ ਕ੍ਰੈਡਿਟ ਕਾਰਡ
ਨੂੰ ਦੇਖਣਾ ਚਾਹੀਦਾ ਆ ਤੇ ਜਿੱਥੇ ਕਿਤੇ ਬਚਾਅ ਕਰ ਸਕਦੇ ਉਹਨੂੰ ਬਚਾਅ ਕਰੋ, ਕਿਉਂਕਿ ਜਦੋਂ ਇੱਕ ਵਾਰੀ ਰਿਸੈਸ਼ਨ ਦੀ ਗੱਲਬਾਤ ਚੱਲਦੀ ਹੈ ਤਾਂ ਨੌਕਰੀਆਂ ਵੀ ਜਾਣ ਲੱਗ ਜਾਂਦੀਆਂ ਤੇ ਹੋਰ ਸੰਕਟ ਵੀ ਆਉਂਦੇ ਆ। ਅਗਲੀ ਗੱਲਬਾਤ ਦੋਸਤੋ ਕੈਨੇਡਾ ਦੇ ਵਿੱਚ ਘਰਾਂ ਦੀ ਮਾਰਕੀਟ ਬਾਰੇ। ਲਗਾਤਾਰ ਘਰਾਂ ਦੀ ਮਾਰਕੀਟ ਬਾਰੇ ਗੱਲਬਾਤ ਹੁੰਦੀ ਹੈ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇਹ ਗੱਲ ਚਰਚਾ ਦੇ ਵਿੱਚ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ ਲੋਕਾਂ ਕੋਲ ਰਹਿਣ ਲਈ ਘਰ ਹੈ ਨਹੀਂ, ਲੋਕ ਜ਼ਿਆਦਾ ਇੱਥੇ ਆ ਰਹੇ ਆ ਤੇ ਘਰ ਲੋਕਾਂ ਕੋਲ ਹੈ ਨਹੀਂ। ਇਸ ਮਾਮਲੇ ਦੇ ਵਿੱਚ ਜਿਹੜੀ ਇੱਕ CMHC ਦੀ ਰਿਪੋਰਟ ਆਈ ਹੈ, CMHC ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਆ, ਉਹਦੀ ਇੱਕ ਰਿਪੋਰਟ ਆਈ ਹੈ ਜਿਹਦੇ ਕੋਲ ਘਰਾਂ ਦਾ ਸਾਰਾ ਹਿਸਾਬ ਕਿਤਾਬ ਹੁੰਦਾ ਆ। ਉਹਨਾਂ ਨੇ ਇਹ ਦੱਸਿਆ ਕਿ 2030 ਤੱਕ ਸਾਨੂੰ ਜਿਹੜੇ ਘਰ ਚਾਹੀਦੇ ਆ 3.5 ਮਿਲੀਅਨ, ਮਤਲਬ 35 ਲੱਖ ਘਰ ਕੈਨੇਡਾ ਦੇ ਵਿੱਚ 2030 ਤੱਕ ਚਾਹੀਦਾ। 2023 ਚੱਲਦਾ 35 ਲੱਖ ਘਰ ਹੋਰ ਜਿਹੜੇ ਹਾਊਸਿੰਗ ਯੂਨਿਟ ਆ ਘੱਟੋ ਘੱਟ ਕੈਨੇਡਾ ਨੂੰ ਚਾਹੀਦੇ, ਜਿਹੜੇ ਲੱਗਦਾ ਨਹੀਂ ਕਿ ਇੰਨੇ ਸੌਖੇ ਤਰ੍ਹਾਂ ਪੂਰੇ ਹੋ ਸਕਦੇ ਆ। ਇਕੋਨੋਮਿਸਟ ਜਿਹੜੇ ਕੈਨੇਡੀਅਨ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਆ, ਜਿਹੜੀ ਅਸਲ ਦੇ ਵਿੱਚ ਇਹ ਰਿਪੋਰਟ ਜਿਨ੍ਹਾਂ ਦੇ ਕੋਲ ਹੁੰਦੀ ਆ, ਉਹਨਾਂ ਨੇ ਇਸ ਗੱਲ ਉੱਤੇ ਦੱਸਿਆ। ਕੱਲ ਬੁੱਧਵਾਰ ਨੂੰ ਇਹਨਾਂ ਨੇ ਜਿਹੜੀ ਅਪਡੇਟ ਦਿੱਤੀ ਆ CMHC ਨੇ, ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ ਕਿ ਹਾਊਸਿੰਗ ਸ਼ਾਰਟੇਜ ਤੇ ਅਫੋਰਡੇਬਿਲਟੀ ਦਾ ਮਸਲਾ ਬਹੁਤ ਵੱਡਾ ਆ। ਇਹ ਵੀ ਕਿਹਾ ਆ ਕਿ ਉਹ ਪ੍ਰੋਜੈਕਟ ਕਰ ਰਹੇ ਆ ਕਿ ਦੇਸ਼ ਦੇ ਵਿੱਚ ਲਗਾਤਾਰ ਘਰਾਂ ਦੀ ਘਾਟ ਆ। 3.5 ਮਿਲੀਅਨ ਘਰ ਇਹਨਾਂ ਨੂੰ ਚਾਹੀਦੇ ਆ। ਜਿਹੜਾ 2004 ਦਾ ਲੈਵਲ ਆਫ ਅਫੋਰਡੇਬਿਲਟੀ ਆ ਉਹਦੇ ਤੱਕ ਪਹੁੰਚਣ ਦੇ ਲਈ, ਮਤਲਬ ਕੈਨੇਡਾ ਦੇ ਵਿੱਚ 2004 ਦੇ ਵਿੱਚ ਅਫੋਰਡੇਬਿਲਟੀ ਜ਼ਿਆਦਾ ਸੀ, ਜ਼ਿਆਦਾ ਚੰਗੀ ਤਰ੍ਹਾਂ ਰਿਹਾ ਜਾ ਸਕਦਾ ਸੀ, ਜ਼ਿਆਦਾ ਸੌਖਾ ਘਰ ਖਰੀਦਿਆ ਜਾ ਸਕਦਾ ਸੀ, ਜ਼ਿਆਦਾ ਅਫੋਰਡੇਬਿਲਟੀ ਸੀ। ਹੁਣ ਉਹ ਅਫੋਰਡੇਬਿਲਟੀ ਨਹੀਂ ਆ। ਉਸ 2004 ਦੇ ਲੈਵਲ ਤੱਕ ਜਾਣ ਦੇ ਲਈ 3.5 ਮਿਲੀਅਨ ਹਾਊਸਿੰਗ ਯੂਨਿਟ 2030 ਤੱਕ ਕੈਨੇਡਾ ਦੇ ਵਿੱਚ ਚਾਹੀਦੇ ਆ, ਜਿਹੜੇ ਕਿ ਹਜੇ ਲੱਗਦਾ ਬਣਨੇ ਇੰਨੇ ਸੌਖੇ ਨਹੀਂ ਆ। ਉਹ ਪਰ ਉਹਨਾਂ ਨੇ ਇਹ ਇੱਕ ਤੁਹਾਨੂੰ ਆ ਜਿਹੜਾ ਦੱਸ ਦਿੱਤਾ ਕਿ ਇੰਨੇ ਘਰ ਘੱਟੋ ਘੱਟ ਸਾਨੂੰ ਚਾਹੀਦੇ ਆ ਤਾਂ ਇੱਥੇ ਰਿਹਾ ਜਾ ਸਕਦਾ, ਤਾਂ ਇੱਥੇ ਜਿਹੜਾ ਉਹ ਅਫੋਰਡੇਬਿਲਟੀ ਉਸ ਲੈਵਲ ਦੇ ਉੱਤੇ ਜਾ ਸਕਦੀ ਆ। ਤੇ ਜਿਹੜੀ CMHC ਦੀ ਰਿਪੋਰਟ ਆ ਇਹ ਚੀਜ਼ ਦੱਸ ਰਹੀ ਆ, ਔਰ ਜਿਹੜੀ ਕਿ ਅਫੀਸ਼ੀਅਲ ਆ ਜਾਂ ਜਿਹੜੀ ਇਹ ਸਾਰਾ ਹਿਸਾਬ ਕਿਤਾਬ ਰੱਖਦੀ ਆ, ਔਰ ਇਹ ਗੱਲਬਾਤ ਆ ਕਿ ਕੀ ਇਹ ਸੰਭਵ ਹੈਗਾ 3.5 ਮਿਲੀਅਨ ਯੂਨਿਟ ਹਾਊਸਿੰਗ ਯੂਨਿਟ ਕੈਨੇਡਾ ਦੇ ਵਿੱਚ 2030 ਤੱਕ ਬਣਾਉਣੇ। ਇਹਨੂੰ ਬਣਾਉਣ ਦੇ ਲਈ ਟਾਈਮ ਲੱਗੂਗਾ, ਇਹਨੂੰ ਵੱਖਰੇ ਵੱਖਰੇ ਤਰੀਕੇ ਲੱਗਣਗੇ। ਇਸ ਘਰਾਂ ਨੂੰ ਬਣਾਉਣ ਦੀ ਜਿਹੜੀ ਲੇਬਰ ਆ, ਜਿਹੜੀ ਮਾਰਕੀਟ ਆ, ਉਹਦੇ ਵਿੱਚ ਲੋਕਾਂ ਦੀ ਕਮੀ ਹੈ। ਤੇ ਹੁਣ ਸਾਨੂੰ ਕਲੀਅਰਲੀ ਇਸ ਮਾਮਲੇ ਦੇ ਵਿੱਚ ਸੋਚਣਾ ਵੀ ਪਊਗਾ ਕਿ ਇਹ ਕੀ ਕਰੋ। ਇਹ ਸਰਕਾਰ ਦੇ ਲਈ ਵੀ ਬਹੁਤ ਵੱਡਾ ਸਵਾਲ ਆ। ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹਨਾਂ ਦੇ ਉੱਤੇ ਵੀ ਬਹੁਤ ਵੱਡੇ ਸਵਾਲ ਜਿਹੜੇ ਚੱਕੇ ਜਾ ਰਹੇ ਆ ਇਸ ਮਾਮਲੇ ਦੇ ਵਿੱਚ ਕਿ ਕਿੰਨੇ ਯੂਨਿਟ ਸਾਨੂੰ ਚਾਹੀਦੇ ਆ। ਔਰ ਜਦੋਂ ਦਾ ਇਹ ਰੀਸੈਂਟਲੀ ਗੱਲਬਾਤ ਦੀ ਚਰਚਾ ਹੋਣੀ ਸ਼ੁਰੂ ਹੋਈ ਹੈ, ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਵੀ ਇਸ ਬਾਰੇ ਆਪਣੇ ਇਸ ਪਾਸੇ ਨੂੰ ਹੋਇਆ। ਉਹਨਾਂ ਨੇ ਅਨਾਊਂਸ ਕੀਤਾ ਬਹੁਤ ਸਾਰੀਆਂ ਉਹਨਾਂ ਦੇ ਮਿਊਨਿਸਪਲ ਐਗਰੀਮੈਂਟਸ ਦੇ ਵਿੱਚੋਂ ਪਹਿਲਾ ਐਗਰੀਮੈਂਟ ਉਹਨਾਂ ਨੇ ਅਨਾਊਂਸ ਕੀਤਾ ਹੈ ਫੈਡਰਲ ਸਰਕਾਰ ਦੀ ਹਾਊਸਿੰਗ ਜਿਹੜੀ ਐਕਸਲਰੇਟਰ ਫੰਡ ਆ ਉਹਦੇ ਤਹਿਤ। ਕੱਲ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਨਾਊਂਸਮੈਂਟ ਆਈ ਆ ਕਿ ਜਿਹੜੇ ਸਮਾਲ ਸਕੇਲ ਸਟੈਪਸ ਆ, ਜਿਹੜੇ ਇਹ ਲਿਬਰਲ ਪਾਰਟੀ ਕਹਿ ਰਹੀ ਆ ਕਿ ਕਿਹੜਾ ਪਲਾਨ ਆ ਇਹਨਾਂ ਕੋਲ ਜਿਹਦੇ ਨਾਲ ਇਹ ਇਸ ਇਸ਼ੂ ਨੂੰ ਟੈਕਲ ਕਰ ਸਕਦੇ ਆ। $74 ਮਿਲੀਅਨ ਦੀ ਡੀਲ ਲੰਡਨ ਅੰਟੈਰੀਓ ਦੇ ਵਿੱਚ ਫਾਸਟ ਟਰੈਕ ਕਰੂਗੀ, ਜਿਹਦੇ ਨਾਲ 2000 ਹਾਊਸਿੰਗ ਯੂਨਿਟ ਅਗਲੇ 3 ਸਾਲਾਂ ਦੇ ਵਿੱਚ ਬਣਨਗੇ। 2000 ਹਾਊਸਿੰਗ ਯੂਨਿਟਸ ਅਗਲੇ 3 ਸਾਲਾਂ ਦੇ ਵਿੱਚ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਨੇ $74 ਮਿਲੀਅਨ ਅਨਾਊਂਸ ਕੀਤਾ ਆ, ਤੇ ਕਈ ਹਜ਼ਾਰਾਂ ਹੀ ਆਉਣ ਵਾਲੇ ਸਾਲਾਂ ਦੇ ਵਿੱਚ ਹੋਰ ਇਸ ਤਰੀਕੇ ਨਾਲ ਬਣਨਗੇ। ਲਿਬਰਲ ਇਹ ਕਹਿ ਰਹੇ ਆ ਕਿ ਜਿਹੜਾ ਇਹਨਾਂ ਨੇ ਜਿਹੜਾ ਪ੍ਰੋਗਰਾਮ ਆ ਇਹਨਾਂ ਦਾ ਹਾਊਸਿੰਗ ਸਟ੍ਰੈਟਜੀ ਦੇ ਲਈ, ਉਹਦੀ ਇਹ ਇੱਕ ਸ਼ੁਰੂਆਤ ਆ, ਉਹਦੀ ਇੱਕ ਉਦਾਹਰਨ ਆ। ਇਹਨਾਂ ਕੋਲੇ ਬਹੁਤ ਇੱਦਾਂ ਦੀ ਸਟ੍ਰੈਟਜੀ ਆ। ਉਹਨਾਂ ਦੇ ਵਿੱਚੋਂ ਇੱਕ ਪੁਆਇੰਟ ਇਹ ਆ ਜਿਹੜਾ ਇਹਨਾਂ ਨੇ ਹੁਣ ਪਹਿਲਾਂ ਇਹਨਾਂ ਨੇ ਅਨਾਊਂਸ ਕੀਤਾ ਆ, ਤੇ ਇਸ ਇਸ਼ੂ ਨੂੰ ਸਿੱਧਾ ਐਡਰੈਸ ਕਰਨ ਦੇ ਲਈ ਇਹ ਜਾ ਰਹੇ ਆ। ਤੇ ਹੁਣ ਇਹ ਡਿਵੈਲਪਮੈਂਟ ਜਿਹੜੀ ਬਿਨਾਂ ਰੀਜ਼ੋਨਿੰਗ ਤੋਂ ਕਲੀਅਰ ਵੇ ਆ ਜ਼ਿਆਦਾ ਜਿਹੜੇ ਡਿਵੈਲਪ ਕਰਨ ਦੇ ਲਈ ਡਿਊਪਲੈਕਸ, ਟ੍ਰਿਪਲੈਕਸ ਤੇ ਜਿਹੜੇ ਸਮਾਲ ਅਪਾਰਟਮੈਂਟ ਬਿਲਡਿੰਗਸ ਆ, ਪਬਲਿਕ ਟਰਾਂਜ਼ਿਟ ਜਾਂ ਸਿਟੀ ਲੈਂਡ ਦੇ ਨੇੜੇ ਜਿਹੜੀ ਸਰਕਾਰ ਆ ਉਹ ਇਸ ਵੇਲੇ ਕਹਿ ਰਹੀ ਹੈ ਇਹ ਜਿਹੜੇ ਹਾਊਸਿੰਗ ਯੂਨਿਟ ਆ ਇਹ ਹਾਈ ਡੈਂਸਿਟੀ ਡਿਵੈਲਪਮੈਂਟ ਹੋਣਗੇ। ਹੁਣ ਘਰ ਕਈ ਤਰ੍ਹਾਂ ਦੇ ਆ ਕੈਨੇਡਾ ਦੇ ਵਿੱਚ। ਹਾਊਸਿੰਗ ਯੂਨਿਟ ਇੱਕ ਤੇ ਪੂਰੇ ਇੰਡੀਪੈਂਡੈਂਟ ਘਰ ਆ, ਮਤਲਬ ਤੁਹਾਡਾ ਸਾਰੇ ਦਾ ਸਾਰਾ ਕਿਸੇ ਵੇਲੇ ਏਕੜ ਦੀ ਲੋਟ ਹੁੰਦੀ ਸੀ ਵੈਨਕੂਵਰ ਦੇ ਵਿੱਚ, ਸਰੀ ਦੇ ਵਿੱਚ ਜਾਂ ਟੋਰਾਂਟੋ ਦੇ ਵਿੱਚ, ਹੌਲੀ ਹੌਲੀ ਉਹ ਅੱਧੇ ਏਕੜ ਦੀ ਰਹਿ ਗਈ ਤੇ ਹੌਲੀ ਹੌਲੀ ਫਿਰ ਉਹਦੇ ਤੋਂ ਵੀ ਛੋਟੀ ਹੋ ਗਈ। ਜਾਂ ਫਿਰ ਡਿਊਪਲੈਕਸ ਬਣਦੇ ਆ। ਡਿਊਪਲੈਕਸ ਦਾ ਮਤਲਬ ਇਹ ਆ ਕਿ ਬਿਲਕੁਲ ਨਾਲ ਲੱਗਦੇ ਘਰ ਜਿਹੜੇ ਤੁਹਾਡੀ ਕੰਧ ਸਾਂਝੀ ਹੁੰਦੀ ਆ। ਫਿਰ ਉਹਦੇ ਤੋਂ ਬਾਅਦ ਟਾਊਨ ਹਾਊਸਸ ਆ ਜਿਹੜੇ ਜਿਸ ਤਰ੍ਹਾਂ ਇੱਕ ਵੱਡੀ ਕਲੋਨੀ ਹੁੰਦੀ ਹੈ। ਫਿਰ ਉਹ ਤੋਂ ਬਾਅਦ ਅਪਾਰਟਮੈਂਟ ਆ ਜਿਹੜੀ ਮਲਟੀ ਸਟੋਰੀ ਬਿਲਡਿੰਗਸ ਆ, ਉਹਦੇ ਵਿੱਚ ਅਪਾਰਟਮੈਂਟ ਹੁੰਦੇ ਆ। ਇਹ ਜਿਹੜਾ ਸਰਕਾਰ ਦਾ ਪਲਾਨ ਆ ਜਿਹੜਾ $74 ਮਿਲੀਅਨ ਇਹਨਾਂ ਨੇ ਅਨਾਊਂਸ ਕੀਤਾ, ਕਈ ਇੱਦਾਂ ਦੇ ਪ੍ਰੋਜੈਕਟ ਨੇ, ਉਹਦੇ ਵਿੱਚੋਂ ਪਹਿਲਾ ਇਹ ਆ।
ਉਹਦੇ ਵਿੱਚ ਇਹ ਕਹਿ ਰਹੇ ਆ ਕਿ ਇਹ ਜਿਹੜੀਆਂ ਹਾਈ ਡੈਂਸਿਟੀ ਡਿਵੈਲਪਮੈਂਟਸ ਹੋਣਗੀਆਂ, ਹਾਈ ਡੈਂਸਿਟੀ ਡਿਵੈਲਪਮੈਂਟਸ ਦਾ ਮਤਲਬ ਜਿਹੜੇ ਜਿੱਥੇ ਟ੍ਰਾਂਜ਼ਿਟ ਆ, ਜਿੱਥੇ ਟਰਾਂਸਪੋਰਟੇਸ਼ਨ ਜ਼ਿਆਦਾ ਆ, ਬੱਸ ਟ੍ਰੇਨ ਜਾਂਦੀ ਆ, ਉੱਥੇ ਇਹ ਅਪਾਰਟਮੈਂਟਸ ਬਣਾਉਣਗੇ, ਉੱਥੇ ਇਹ ਡਿਊਪਲੈਕਸ ਬਣਾਉਣਗੇ, ਉੱਥੇ ਜਿਹੜੇ ਦੂਜੇ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਾਉਣਗੇ, ਜਿਹੜੇ ਟ੍ਰਿਪਲੈਕਸ ਬਣਾਉਣਗੇ। ਉਹਦੇ ਨਾਲ ਬਜਾਏ ਇਹਦੇ ਕਿ ਕੱਲੇ ਵੱਡੇ ਘਰ ਬਣਾਏ ਜਾਣ, ਇਸ ਪਾਸੇ ਨੂੰ ਇਹ ਜਿਹੜਾ ਜਾ ਰਿਹਾ, ਜਿਹੜੇ ਜਿਹੜਾ ਇਹ ਇੱਕ ਸਪੈਸ਼ਲ ਪ੍ਰੋਗਰਾਮ ਆ ਜਿਹਨੂੰ ਹਾਊਸਿੰਗ ਐਕਸਲਰੇਟਰ ਫੰਡ ਕਿਹਾ ਜਾ ਰਿਹਾ। ਸਰਕਾਰ ਟਾਰਗੇਟ ਕਰ ਰਹੀ ਹੈ ਲਗਭਗ 1 ਲੱਖ ਨਵਾਂ ਹਾਊਸਿੰਗ ਯੂਨਿਟ ਅਕ੍ਰੋਸ ਕੈਨੇਡਾ ਕ੍ਰੀਏਟ ਕਰਨ ਦਾ, ਕਈ ਜਿਹੜੀਆਂ ਮਿਊਨਿਸਪੈਲਿਟੀਜ਼ ਆ ਉਹਨਾਂ ਦੇ ਵਿੱਚ, ਤੇ ਉਹ ਸਾਰੇ ਕੁਛ ਨੂੰ ਇਹ ਕੱਟ ਕਰ ਰਹੇ ਆ। ਜਿਹੜਾ ਰੈਡ ਟੇਪਿਜ਼ਮ ਆ, ਜਿਹੜੀ ਲਾਲ ਫੀਤਾਸ਼ਾਹੀ ਆ, ਜਿਹੜੇ ਕਲਰਕ ਜਾਂ ਕੰਮ ਕਰਨ ਵਾਲੇ ਲੋਕ ਆ ਉਹ ਬਹਾਨੇ ਲਾ ਦਿੰਦੇ ਤੁਹਾਡਾ ਅਪਰੂਵ ਨਹੀਂ ਹੋ ਸਕਦੀ, ਤੁਹਾਡੀ ਪਲਾਨ ਨਹੀਂ ਅਪਰੂਵ ਹੋ ਸਕਦੀ, ਉਹ ਸਾਰੇ ਕੁਛ ਨੂੰ ਇਹ ਸਿੱਧਾ ਬਾਈਪਾਸ ਕਰ ਰਹੇ ਆ। ਜਿਹੜੀ ਜ਼ੋਨਿੰਗ ਪਰਮਿਟ ਸਿਸਟਮ ਆ, ਉਹ ਸਾਰੇ ਕੁਛ ਨੂੰ ਇਹ ਅੱਗੇ ਕਰ ਰਹੇ। ਕੈਨੇਡਾ ਦੇ ਵਿੱਚ ਘਰਾਂ ਦੀ ਇੱਕ ਵੱਡੀ ਸਮੱਸਿਆ ਇਹ ਆ ਕਿ ਜਦੋਂ ਕਿਸੇ ਨੇ ਘਰ ਬਣਾਉਣਾ, ਉਹਨੂੰ ਮਿਊਨਿਸਪੈਲਿਟੀ ਤੋਂ, ਜਿਹੜੀ ਉਹਨਾਂ ਦੀ ਸ਼ਹਿਰ ਆ, ਉਹਦੇ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਉਹਦੇ ਤੋਂ ਜ਼ੋਨਿੰਗ ਕਰਾਉਣੀ ਪੈਂਦੀ ਹੈ, ਉਹਦੇ ਤੋਂ ਪਾਸ ਕਰਾਉਣਾ ਪੈਂਦਾ। ਉੱਥੇ ਸਮੱਸਿਆ ਆ ਰਹੀ ਆ। ਉੱਥੇ ਕੀ ਗੜਬੜ ਆ ਇਹ ਨਹੀਂ ਪਤਾ, ਪਰ ਉੱਥੇ ਪਰਮਿਟ ਹੀ ਨਹੀਂ ਦਿੱਤੇ ਜਾ ਰਹੇ, ਔਰ ਕਈ ਲੰਬਾ ਸਮਾਂ, ਕਈ ਮਹੀਨੇ, ਸਾਲ ਲੱਗ ਜਾਂਦੇ ਕਿ ਕਿਸੇ ਨੇ ਪਰਮਿਟ ਲੈਣਾ ਹੋਵੇ। ਜਦੋਂ ਉੱਥੇ ਪਰਮਿਟ ਹੀ ਨਹੀਂ ਮਿਲ ਰਿਹਾ ਤਾਂ ਫਿਰ ਘਰ ਕਿੱਦਾਂ ਬਣਨਗੇ? ਸਰਕਾਰ ਦਾ ਇਹ ਪ੍ਰੋਜੈਕਟ, ਇਹ ਪਲਾਨ ਇਸ ਕਰਕੇ ਆ ਕਿ ਉਹ ਸਾਰੀ ਜਿਹੜੀ ਰੈਡ ਟੇਪਿਜ਼ਮ ਆ, ਜਿਹੜੀ ਲਾਲ ਫੀਤਾਸ਼ਾਹੀ ਆ, ਉਹਨੂੰ ਬਾਈਪਾਸ ਕਰ ਦਿੱਤਾ ਜਾਵੇ। ਇਹ ਕੱਲ ਅਨਾਊਂਸਮੈਂਟ ਜਸਟਿਨ ਟਰੂਡੋ ਨੇ ਕੀਤੀ ਹੈ। ਸੋ ਉਹਨਾਂ ਨੇ ਕਲੀਅਰ ਕੱਟ ਇਹ ਕਿਹਾ, ਜਸਟਿਨ ਟਰੂਡੋ ਦੇ ਉੱਤੇ ਬਹੁਤ ਇਸ ਵੇਲੇ ਇੱਕ ਤਰੀਕੇ ਨਾਲ ਹਮਲੇ ਹੋ ਰਹੇ ਆ ਕਿ ਤੁਸੀਂ ਕੀ ਕਰ ਰਹੇ ਹੋ, ਹਾਊਸਿੰਗ ਦਾ ਤੁਸੀਂ ਬਹੁਤ ਵੱਡੀ ਸਮੱਸਿਆ ਪੈਦਾ ਕਰ ਦਿੱਤੀ। ਉਹਨੇ ਕਲੀਅਰ ਕੱਟ ਕੱਲ ਕਿਹਾ ਕਿ ਹਾਊਸਿੰਗ ਇਜ਼ ਅ ਸੋਲਵੇਬਲ ਪ੍ਰੋਬਲਮ, ਇਹ ਹੱਲ ਹੋ ਸਕਦੀ ਹੈ, ਅਸੀਂ ਇਹਨੂੰ ਸੋਲਵ ਕਰ ਰਹੇ ਹਾਂ। ਉਹ ਕਹਿੰਦੇ ਜੇ ਅਸੀਂ ਇਕੱਠੇ ਕੰਮ ਕਰਾਂਗੇ ਤਾਂ ਸੋਲਵ ਹੋ ਜਾਊਗੀ। ਕੈਨੇਡਾ ਨੇ ਪਹਿਲਾਂ ਵੀ ਇਸ ਚੀਜ਼ ਨੂੰ ਹੱਲ ਕੀਤਾ ਹੈ ਤੇ ਹੁਣ ਫੇਰ ਪ੍ਰੂਵ ਕਰੂਗਾ ਇਸ ਗੱਲ ਨੂੰ। ਜਿਹੜੀ 4 ਬਿਲੀਅਨ ਹਾਊਸਿੰਗ ਐਕਸਲਰੇਟਰ ਫੰਡ ਆ, ਇਹਨਾਂ ਨੇ 2021 ਦੀ ਫੈਡਰਲ ਇਲੈਕਸ਼ਨ ਦੇ ਵਿੱਚ ਪ੍ਰੋਮਿਸ ਕੀਤਾ ਸੀ, ਉਸ ਪ੍ਰੋਮਿਸ ਨੂੰ ਹੁਣ ਜਿਹੜਾ ਪੂਰਾ ਕਰ ਰਹੇ ਆ। ਪੈਸਾ 2022 ਦੇ ਫੈਡਰਲ ਬਜਟ ਦੇ ਵਿੱਚ ਆ 10 ਬਿਲੀਅਨ ਹਾਊਸਿੰਗ ਫੋਕਸਡ ਪੈਕੇਜ, ਜਿਹੜਾ ਉਹਦਾ ਇੱਕ ਪਾਰਟ ਆ। ਤੇ ਅਫੀਸ਼ੀਅਲੀ ਇਹਨਾਂ ਨੇ ਇਹ ਫੰਡ ਮਾਰਚ ਦੇ ਵਿੱਚ, ਇਹ ਸਾਲ ਦੇ ਵਿੱਚ ਲਾਂਚ ਕੀਤਾ ਸੀ। ਉਸ ਪ੍ਰੋਸੈਸ ਦੇ ਵਿੱਚ ਹੁਣ ਜਦੋਂ ਜਿਹੜੇ CHMC ਕਹਿ ਰਹੀ ਹੈ ਕਿ 3.5 ਮਿਲੀਅਨ ਘਰ 2030 ਤੱਕ ਚਾਹੀਦੇ ਆ, ਜਸਟਿਨ ਟਰੂਡੋ ਕਹਿ ਰਿਹਾ ਪੋਸੀਬਲ ਆ, ਅਸੀਂ ਕੀਤਾ ਹੈ ਪਹਿਲਾਂ ਤੇ ਕਰਕੇ ਦਿਖਾਵਾਂਗੇ। ਇਸ ਮਾਮਲੇ ਦੇ ਵਿੱਚ ਜਿਹੜੀ ontario ਲੰਡਨ ਦੇ ਵਿੱਚ ਅਨਾਊਂਸਮੈਂਟ ਵੀ ਉਹਨਾਂ ਨੇ ਪਹਿਲੀ ਕਰ ਦਿੱਤੀ ਆ। ਦੇਖਣ ਵਾਲੀ ਗੱਲ ਆ ਕਿ ਕੀ ਇਹ ਪੋਸੀਬਲ ਹੈਗਾ ਜਾਂ ਇਹ ਪੋਸੀਬਲ ਨਹੀਂ ਆ। ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਜਿਹੜੀ ਅਪਡੇਟ ਰਿਲੀਜ਼ ਕੀਤੀ ਆ, ਉਹਦੇ ਵਿੱਚ ਇਸ ਹਾਊਸਿੰਗ ਦੇ ਉੱਤੇ ਸਵਾਲ ਪੈਦਾ ਹੋ ਰਹੇ ਆ ਕਿ ਕੀ 3.5 ਮਿਲੀਅਨ ਘਰ ਬਣ ਸਕਦੇ ਆ ਅਗਲੇ 6 ਸਾਲ ਦੇ ਵਿੱਚ, ਜਦੋਂ ਕਿ ਸੰਕਟ ਬਹੁਤ ਵੱਡੇ ਆ। ਸਟ੍ਰੈਟਜੀ ਜਿਹੜੀ ਆ ਉਹ ਸ਼ਿਫਟ ਹੋ ਰਹੀ ਆ ਕਈ ਪਾਸਿਆਂ ਨੂੰ। ਸ਼ੌਨ ਫਰੇਜ਼ਰ ਜਿਹੜੇ ਸਾਡੇ ਹਾਊਸਿੰਗ ਮਿਨਿਸਟਰ ਆ, ਉਹ ਇਸ ਗੱਲਬਾਤ ਦੀ ਜਦੋਂ ਕੈਬਨਿਟ ਸ਼ਫਲ ਹੋਇਆ ਉਹ ਤੋਂ ਬਾਅਦ ਕਹਿ ਰਹੇ ਆ ਕਿ ਇਹਦੇ ਬਾਰੇ ਕੁਛ ਨਾ ਕੁਛ ਕੀਤਾ ਜਾ ਰਿਹਾ। ਸਵਾਲ ਬਹੁਤ ਵੱਡਾ ਆ। ਕੈਨੇਡਾ ਦੇ ਵਿੱਚ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਵੇਲੇ ਕੈਨੇਡਾ ਦੇ ਉੱਤੇ ਲੱਗੀਆਂ, ਜਿੰਨਾ ਜ਼ੋਰ ਦੇ ਨਾਲ ਇਹ ਹਾਊਸਿੰਗ ਦਾ ਮੁੱਦਾ ਉੱਭਰ ਕੇ ਪਿਛਲੇ ਕੁਝ ਸਮੇਂ ਦੇ ਵਿੱਚ ਸਾਹਮਣੇ ਆਇਆ ਆ। ਕੀ ਇਹ ਇਲੈਕਸ਼ਨ ਤੋਂ ਪਹਿਲਾਂ ਦਾ ਰੌਲਾ ਗੋਲਾ ਆ ਜਾਂ ਸੱਚਮੁੱਚ ਸਮੱਸਿਆ ਬਹੁਤ ਵੱਡੀ ਆ? ਕੀ ਇਹ ਪਹਿਲਾਂ ਸਮੱਸਿਆ ਨਹੀਂ ਸੀ, ਹੁਣ ਹੀ ਵੱਡੀ ਹੋਈ ਆ? ਜਾਂ ਜਾਣਬੁੱਝ ਕੇ ਜਿਹੜਾ ਲਿਬਰਲਸ ਆ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਮਾਮਲੇ ਦੇ ਉੱਤੇ? ਜਿਹੜੀ NDP ਆ ਉਹ ਕਹਿ ਰਹੀ ਹੈ ਕਿ ਇੱਕ ਬਹੁਤ ਚੰਗਾ ਸਟਾਰਟ ਆ। ਜਿਹੜੇ ਸੀਨੀਅਰ ਗਵਰਨਮੈਂਟ ਦੇ ਸੋਰਸਿਸ ਨੇ ਉਹਨਾਂ ਨੇ ਦੱਸਿਆ ਕਿ ਜਿਹੜੀ ਹਾਊਸਿੰਗ ਅਨਾਊਂਸਮੈਂਟ ਕੀਤੀ ਗਈ ਹੈ ਉਹਦੇ ਵਿੱਚੋਂ ਜਿਹੜੇ ਇਹ ਠੀਕ ਆ, ਖੁਸ਼ ਨੇ ਇਸ ਗੱਲ ਦੇ ਉੱਤੇ। NDP ਖੁਸ਼ ਆ ਇਸ ਗੱਲ ਤੋਂ। ਉਹਨਾਂ ਨੇ ਜਿਹੜਾ, ਹਾਲਾਂਕਿ ਜਿਹੜੇ ਜਗਮੀਤ ਸਿੰਘ ਆ ਉਹਨਾਂ ਨੇ ਵੀ ਉਹਦਾ ਕ੍ਰੈਡਿਟ ਲਿਆ ਅਨਾਊਂਸਮੈਂਟ ਦਾ ਇਸ ਮਾਮਲੇ ਦੇ ਵਿੱਚ। ਜਿਹੜੀ ਹਾਊਸਿੰਗ ਐਕਸਲਰੇਟਰ ਫੰਡ ਆ, ਸੋ ਇਹ ਜਿਹੜੀ 2 ਪਾਰਟੀ ਡੀਲ ਆ ਕਿ ਇਹਨਾਂ ਨੇ ਗੁੱਡ ਸਟਾਰਟ ਕਿਹਾ ਇਹਨੂੰ ਮਿਸਟਰ ਸਿੰਘ ਨੇ, ਕਿ ਸਰਕਾਰ ਨੂੰ ਅੱਗੇ ਵੀ ਇਸ ਮਾਮਲੇ ਦੇ ਵਿੱਚ ਜਾਣਾ ਚਾਹੀਦਾ ਤੇ ਤੇਜ਼ੀ ਨਾਲ ਜਾਣਾ ਚਾਹੀਦਾ। ਇਹ ਇੱਕ ਬਹੁਤ ਵੱਡੀ ਇਸ ਮਾਮਲੇ ਦੇ ਵਿੱਚ ਵੀ ਜਿਹੜੀ ਅਪਡੇਟ ਆ। ਔਰ ਫੈਡਰਲ ਸਰਕਾਰ ਨੇ ਜਿਹੜੇ ਇਹਨਾਂ ਦੇ ਰਿਸੋਰਸਿਸ ਨੇ ਜਾਂ ਹੋਰ ਅਫੋਰਡੇਬਲ ਹਾਊਸਿੰਗ ਬਿਲਡ ਕਰਨੀ ਆ ਦੇਸ਼ ਦੇ ਵਿੱਚ, ਉਹਨੂੰ ਇਹਨਾਂ ਨੂੰ ਕਰਨੀ ਹੀ ਪੈਣੀ ਆ। ਸੰਕਟ ਬਹੁਤ ਵੱਡਾ ਆ। ਦੂਜੀ ਗੱਲ ਇਹ ਆ ਕਿ ਹਾਊਸਿੰਗ ਇਸ ਵੇਲੇ ਕੈਨੇਡਾ ਦੇ ਵਿੱਚ ਲੀਸਟ ਅਫੋਰਡੇਬਲ ਆ। ਪਿਛਲੇ 4 ਦਹਾਕਿਆਂ ਦੇ ਵਿੱਚ, 40 ਸਾਲਾਂ ਦੇ ਵਿੱਚ ਇੰਨੀ ਹਾਹਾਕਾਰ ਨਹੀਂ ਕੈਨੇਡਾ 'ਚ ਮਚੀ ਜਿੰਨੀ ਹੁਣ ਮਚੀ ਆ। ਪਰ ਘਰ ਖਰੀਦਣਾ, ਰੈਂਟ ਕਰਨਾ, ਇਹ ਘੱਟ ਅਫੋਰਡੇਬਲ ਆ ਇਸ ਵੇਲੇ, ਕਿਉਂਕਿ ਜਿਹੜੇ ਕੁਛ ਮਾਮਲਿਆਂ ਦੇ ਵਿੱਚ ਔਰ ਇਸ ਸਾਰੇ ਕੁਛ ਦਾ ਜਿਹੜੀ ਅਫੋਰਡੇਬਿਲਟੀ ਆ, ਇਹਦਾ ਅਸਰ ਲੋਕਾਂ ਦੇ ਕੰਮਕਾਰ ਦੇ ਉੱਤੇ ਵੀ ਪੈਣਾ ਸ਼ੁਰੂ ਹੋ ਗਿਆ। ਮਤਲਬ ਇਹ ਆ ਕਿ ਜਿਹੜੇ ਰਿਮੋਟ ਕੰਮ ਕਰ ਸਕਦੇ ਆ ਜਾਂ ਜਿਹੜੇ ਹਾਈਬ੍ਰਿਡ ਵਰਕਰ ਆ, ਉਹਨਾਂ ਨੇ ਇਸ ਥਾਂ ਦੇ ਉੱਤੋਂ, ਜਿਹੜੀ ਇੱਕ ਫੈਨੀਮੀ ਦੀ ਸਟੱਡੀ ਆਈ ਆ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਨੇ ਇਹ ਦੱਸ ਦਿੱਤਾ ਲੋਕਾਂ ਨੇ ਇਹਨਾਂ ਸ਼ਹਿਰਾਂ ਦੇ ਵਿੱਚੋਂ ਮੂਵ ਕਰਨਾ ਸ਼ੁਰੂ ਕਰ ਦਿੱਤਾ।
ਫੈਨਮੀ ਦੀ ਇਹ ਮੰਥਲੀ ਨੈਸ਼ਨਲ ਹਾਊਸਿੰਗ ਸਰਵੇ ਆ, ਉਹਦੇ ਵਿੱਚ ਸਵਾਲ ਪੁੱਛਿਆ ਗਿਆ ਉਹਨਾਂ ਨੂੰ ਕਿ 3000 ਤੋਂ ਜ਼ਿਆਦਾ ਜਿਹੜੇ ਮੌਰਗੇਜ ਹੋਲਡਰ ਸੀ, ਓਨਰ ਸੀ ਜਾਂ ਰੈਂਟਰ ਸੀਗੇ, ਜਨਵਰੀ ਤੋਂ ਲੈ ਕੇ ਮਾਰਚ ਦੇ ਵਿੱਚ ਇਸ ਸਾਲ ਦੇ ਵਿੱਚ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਰਿਮੋਟ ਤੇ ਹਾਈਬ੍ਰਿਡ ਵਰਕ ਨੂੰ ਕਿੱਦਾਂ ਦੇਖਦੇ ਆ, ਪਿਛਲੇ ਕੁਝ ਸਾਲਾਂ ਦੇ ਵਿੱਚ ਇਹਦਾ ਇੰਪੈਕਟ ਕੀ ਆ। ਬਹੁਤੇ ਲੋਕ ਇਸ ਮਾਮਲੇ ਦੇ ਵਿੱਚ ਇਛੁਕ ਨੇ ਕਿ ਉਹ ਘੱਟ ਐਕਸਪੈਂਸਿਵ ਏਰੀਆ ਦੇ ਵਿੱਚ ਚਲੇ ਜਾਣਗੇ, ਆਪਣੇ ਆਫਿਸ ਤੋਂ ਅਵੇ ਸ਼ਹਿਰਾਂ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ, ਦੂਰ ਕਿਤੇ, ਤਾਂ ਕਿ ਉੱਥੋਂ ਕੰਮ ਜਿਹਨੇ ਘਰੋਂ ਕੰਮ ਕਰਨਾ ਉਹ ਤੇ ਘਰੋਂ ਹੀ ਕਰਨਾ, ਉਹ ਟੋਰਾਂਟੋ ਡਾਊਨਟਾਊਨ ਚੋਂ ਕਰ ਲਏ ਜਾਂ ਕਿਤੇ ਬਾਹਰ ontario ਦੇ ਨੇੜੇ ਤੇੜੇ ਤੋਂ ਕਰ ਲਏ, ਤੇ ਉਹ ਉੱਥੇ ਜਾਣਾ ਸ਼ੁਰੂ ਹੋ ਗਏ ਆ। ਜਿੱਥੇ ਹਾਊਸਿੰਗ ਦਾ ਅਸਰ ਪੂਰੇ ਕੈਨੇਡਾ ਦੇ ਉੱਤੇ ਵੱਖਰੇ ਤਰੀਕੇ ਨਾਲ ਪੈ ਰਿਹਾ, ਰਿਮੋਟ, ਹਾਈਬ੍ਰਿਡ ਵਰਕ ਤੇ ਦੂਜੀਆਂ ਕਿਸਮਾਂ। ਇਹ ਇੱਕ ਬਹੁਤ ਵੱਡਾ ਸਵਾਲ ਹੈ ਇਸ ਵੇਲੇ ਆ ਕਿ ਕੀ ਇਹ ਹਾਊਸਿੰਗ ਦੀ ਸਮੱਸਿਆ ਇੱਥੇ ਹੱਲ ਹੋ ਜੂਗੀ ਜਾਂ ਹਜੇ ਹੋਰ ਜਿਹੜਾ ਇਹ ਸੰਕਟ ਆ ਉਹ ਗਹਿਰਾ ਹੋਊਗਾ ਤੇ ਉਹਦੇ ਤੋਂ ਬਾਅਦ ਇਹਦਾ ਕੋਈ ਨਾ ਕੋਈ ਹੱਲ ਹੋ ਸਕਦਾ ਆ। ਹੱਲ ਹੋ ਵੀ ਸਕਦਾ ਜਾਂ ਨਹੀਂ ਹੋ ਸਕਦਾ, ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ। ਦੋਸਤੋ, ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।